ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਪ੍ਰਸਾਦੀ ਪਾਇਆ, ਤਿੱਥੈ ਮਾਇਆ ਮੋਹ ਚੁਕਾਇਆ। ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ। ਗੋਪੀ ਨੈ ਗੋਆਲੀਆ, ਤੁਧ ਆਪੇ ਗੋਏ ਉਠਾਲੀਆ। ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਓ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨੀ ਦੂਜਾ ਭਾਉ ਚੁਕਾਇਆ। ਨਿਰਮਲ ਜੋਤ ਤਿਨ ਪ੍ਰਾਣੀਆ, ਓਏ ਚੱਲੇ ਜਨਮ ਸਵਾਰ ਜੀਓ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹੈ ਵਡਿਆਈਆਂ। ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ। ਤਿਸ ਜੀਵੜ ਅਵਰ ਨ ਕੋਇ ਜੀਓ। ਰਹਾਉ ਗੋਸਾਈ ਮਹਿੰਡਾ ਇਠੜਾ, ਅੰਮ ਅੱਬੇ ਥਾਵਹੁ ਮਿਠੜਾ। ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਇ ਜੀਓ। ਤੇਰਾ ਹੁਕਮੈ ਸਾਵਣ ਆਇਆ, ਮੈਂ ਸਤ ਕਾ ਹਲ ਜੁਆਇਆ। ਨਾਉ ਬੀਜਣ ਲੱਗਾ ਕਰ ਆਸ ਕਰ, ਨਾਉ ਬੀਜਣ ਲੱਗਾ ਆਸ ਕਰ। ਹਰ ਬੋਹਲ ਬਖਸ਼ ਜਮਾਏ ਜੀਓ। ਹਉ ਗੁਰ ਮਿਲ ਇੱਕ ਪਛਾਣਦਾ, ਦੋਇਆ ਕਾਗਲ ਚਿਤ ਨਾ ਜਾਣਦਾ। ਹਰ ਇੱਕ ਤੈ ਕਾਰੇ ਲਾਏ ਓਨ, ਜਿਉ ਭਾਵੈ ਤਿਵੈ ਨਿਵਾਹੇ ਜੀਓ। ਤੁਸੀਂ ਭੋਗੇ ਹੋ ਪੁੰਚ ਹੋ ਭਾਈ ਹੋ, ਗੁਰ ਦੀਵਾਨ ਕਬਾਏ ਪੈ ਨਾਈਓ। ਹਉ ਹੋਆ ਮਾਹਰ ਪਿੰਡ ਦਾ, ਬਨ ਆਂਦੇ ਪੰਜ ਸਰੀਕ ਜੀਓ। ਹਉ ਆਇਆ ਸਾਮੈ ਤੇ ਹੰਢੀਆ, ਪੰਜ ਕਿਰਸਾਨ ਮੁਜੇਰੇ ਮਹਿੰਡਿਆ। ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਘੁੱਗ ਗਿਰਾਓ ਜੀਓ। ਹਉ ਵਾਰੀ ਘੁੰਮਾ ਜਾਵਦਾ, ਇਕ ਸਾਹਾ ਤੁਧ ਧਿਆਏ ਦਾ। ਉਜੜ ਥੇਹ ਵਸਾਇਓ, ਹਉ ਤੁਧ ਬਿਟਹੁ ਕੁਰਬਾਨ ਜੀਓ। ਹਰ ਇਠੈ ਨਿਤ ਧਿਆਏ ਦਾ, ਮਨ ਚਿੰਦੀ ਸੋ ਫਲ ਪਾਏ ਦਾ। ਸਭੇ ਕਾਜ ਸਵਾਰਿਆਨ, ਲਾਹਿਆਨ ਮਨ ਕੀ ਭੁਖ ਜੀਓ। ਮੈਂ ਛੱਡਿਆ ਸਭੋ ਧੰਦੜਾ, ਗੋਸਾਈ ਸੇਵੀ ਸੱਚੜਾ। ਨੌ ਨਿਧ ਨਾਮ ਨਿਧਾਨ ਹਰ,
ਮੈਂ ਪੱਲੇ ਬੱਧਾ ਛਿਕ ਜਿਉ। ਮੈਂ ਸੁਖੀ ਹੂੰ ਸੁਖ ਪਾਇਆ। ਗੁਰ ਅੰਤਰ ਸ਼ਬਦ ਵਸਾਇਆ। ਸਤਿਗੁਰ ਪੁਰਖ ਵਿਖਾਲਿਆ। ਮਸਤਕ ਧਰ ਕੈ ਹੱਥ ਜਿਉ। ਮੈਂ ਬੱਧੀ ਸੱਚ ਧਰਮਸਾਲ ਹੈ। ਗੁਰ ਸਿੱਖਾਂ ਲਹਿੰਦਾ ਭਾਲ ਕੈ। ਪੈਰ ਧੋਵਾ ਪੱਖਾ ਫੇਰਦਾ। ਤਿਸ ਨਿਵ ਨਿਵ ਲੱਗਾ ਪਾਏ ਜਿਉ। ਸੁਣ ਗੱਲਾਂ ਗੁਰ ਪਹਿ ਆਇਆ। ਨਾਮ ਦਾਨ ਇਸ਼ਨਾਨ ਦਿੜਾਇਆ। ਸਭ ਮੁਕਤ ਹੋਆ ਸਹਿ ਸਾਰੜਾ। ਨਾਨਕ ਸੱਚੀ ਬੇੜੀ ਝਾੜ ਜਿਉ। ਸੁਣ ਗੱਲਾਂ ਗੁਰ ਪਹਿ ਆਇਆ। ਨਾਮ ਦਾਨ ਇਸ਼ਨਾਨ ਦਿੜਾਇਆ। ਸਭ ਮੁਕਤ ਹੋਆ ਸਹਿ ਸਾਰੜਾ। ਨਾਨਕ ਸੱਚੀ ਬੇੜੀ ਝਾੜ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੇ ਗਿਆਨ ਗੁਰੂ ਜੀ ਦੇ 73ਵੇਂ ਅੰਗ ਦਾ ਪਾਠ ਸਰਵਣ ਕੀਤਾ ਹੈ, ਜਿਸ ਦੇ ਵਿੱਚ ਆਪਾਂ ਸੰਖੇਪ ਦੇ ਵਿੱਚ, ਕਿਉਂਕਿ ਗਿਆਨ ਹੈ ਜਿਹੜਾ ਇਹ ਸਾਧ ਸੰਗਤ ਜੀ, ਇਹਦਾ ਨਾਂ ਪਾਰਾਵਾਰ ਆ, ਇਹਦਾ ਕੋਈ ਅੰਤ ਨਹੀਂ ਹੈਗਾ, ਨਾ ਆਰੰਭ ਅਤੇ ਨਾ ਹੀ ਅਖੀਰ ਦਾ ਕੋਈ ਅੰਤ ਹੈ। ਸੋ ਇਸ ਕਰਕੇ ਵੀ ਜਿੱਥੇ ਵੀ ਉਚਾਰਨ 'ਚ ਆਪ ਜੀ ਨੂੰ ਕੋਈ ਕਮੀ ਲੱਗਦੀ ਹੈ, ਆਪ ਜੀ ਨੇ ਕਿਰਪਾ ਕਰਕੇ ਉਚਾਰਨ ਠੀਕ ਕਰ ਲੈਣਾ। ਕੋਈ ਸਿਹਾਰੀ ਬਿਹਾਰੀ ਲਗ ਮਾਤਰ ਕੰਨਾ ਬਿੰਦੀ ਟਿੱਪੀ। ਸੋ ਇਸ ਕਰਕੇ ਸਾਧ ਸੰਗਤ ਜੀ, ਆਪ ਜੀ ਨੇ ਵੀ ਜਿੱਥੇ ਆਪ ਜੀ ਨੂੰ ਲੱਗਦਾ ਹੈ ਵੀ ਇੱਥੇ ਉਚਾਰਨ ਦੇ ਵਿੱਚ ਕਮੀ ਹੈ, ਉਹ ਆਪ ਜੀ ਨੇ ਕਿਰਪਾ ਕਰਕੇ ਸਹੀ ਕਰ ਲੈਣੀ। ਅੱਜ ਦੀ ਵਿਚਾਰ ਦੇ ਵਿੱਚ ਗਿਆਨ ਗੁਰੂ ਜੀ ਤੋਂ ਆਪਾਂ ਇਹ ਗੱਲ ਸਿੱਖਣੀ ਹੈ। ਗਿਆਨ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਹਉ ਵਾਰੀ ਘੁੰਮਾਂ ਜਾਵਦਾ। ਹੇ ਪਾਰ ਬ੍ਰਹਮ ਪਰਮੇਸ਼ਵਰ, ਮੈਂ ਤੇਰੇ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਇੱਕ ਸਾਹਾ ਤੁਧ ਧਿਆਏਂਦਾ, ਇੱਕ ਸਾਹਾ ਭਾਵ ਲਗਾਤਾਰ ਇੱਕ ਰਸ। ਮੈਂ ਤੈਨੂੰ ਹੀ ਸਿਮਰਨ ਕਰਦਾ, ਤੈਨੂੰ ਹੀ ਯਾਦ ਕਰਦਾ। ਉਜੜ ਥੇਹੋ ਵਸਾਇਓ, ਹਉ ਤੁਧ ਵਿਟਹੁ ਕੁਰਬਾਨ ਜੀਓ। ਕਿਉਂ ਯਾਦ ਕਰਦਾ? ਲਗਾਤਾਰ ਇੱਕ ਰਸ ਇਸ ਕਰਕੇ ਯਾਦ ਕਰਦਾ ਕਿਉਂਕਿ ਤੁਸੀਂ ਉਜੜ ਥੇਹੋ ਵਸਾਇਓ, ਉਜਾੜ ਥਾਂ ਨੂੰ ਵਸਾ ਦਿੱਤਾ। ਹਉ ਤੁਧ ਵਿਟਹੁ ਕੁਰਬਾਨ ਜੀਓ। ਉਜਾੜ ਥਾਂ ਕਿਹੜੀ ਹੈ ਸਾਧ ਸੰਗਤ ਜੀ? ਜਿਵੇਂ ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ, ਜੰਗਲ ਹੀ ਜੰਗਲ, ਭਿਆਨਕ ਖੰਡਰ ਬਣਿਆ ਪਿਆ। ਉਹ ਸਵਰ ਜਾਵੇ, ਜਿਹੜਾ ਖੰਡਰ ਬਣਿਆ ਪਿਆ ਉੱਥੇ ਮਹੱਲ ਬਣ ਜਾਵੇ, ਅਤੇ ਜਿਹੜੀ ਉਜਾੜ ਜਗ੍ਹਾ ਉੱਥੇ ਸਾਧ ਸੰਗਤ ਜੀ ਬਾਗ ਬੂਟੇ ਲੱਗ ਜਾਣ, ਬੱਚਿਆਂ ਦੇ ਖੇਡਣ ਵਾਸਤੇ ਲੱਗ ਜਾਣ, ਵੱਡਿਆਂ ਵਾਸਤੇ ਪਾਰਕਾਂ ਬਣ ਜਾਣ,
ਬਾਗ ਬਗੀਚੇ ਲੱਗ ਜਾਣ, ਸੋਹਣਾ ਮਹੱਲ ਬਣ ਜਾਵੇ, ਆਪਾਂ ਕੀ ਕਹਾਂਗੇ ਵੀ ਵਾਹ ਬਈ ਵਾਹ, ਆਹ ਤਾਂ ਕਿਸੇ ਨੇ ਬਹੁਤ ਉੱਦਮ ਕੀਤਾ। ਜਿਹੜਾ ਆਹ ਉਜਾੜ ਜਗ੍ਹਾ ਦੇਖੋ ਕਿੰਨੀ ਸੋਹਣੀ ਲੱਗਣ ਲੱਗ ਗਈ। ਇਸੇ ਪ੍ਰਕਾਰ ਹੀ ਸਾਧ ਸੰਗਤ ਜੀ ਸਾਡਾ ਸਰੀਰ ਹੈ, ਸਾਡਾ ਮਨ ਹੈ, ਸਾਡਾ ਅੰਤੇਸ਼ਕਰਨ ਹੈ। ਇਸੇ ਪ੍ਰਕਾਰ ਹੀ ਕਿਉਂ ਜਦੋਂ ਇਹ ਨੈਗੇਟਿਵ ਵਿਚਾਰਾਂ ਦੇ ਵਿੱਚ ਆ ਜਾਂਦਾ ਹੈ, ਨੈਗੇਟਿਵ ਵਿਚਾਰਾਂ ਦੇ ਵਿੱਚ ਹਰ ਰੋਜ਼ ਨੈਗੇਟਿਵ ਵਿਚਾਰਾਂ ਹੀ ਅਖਬਾਰਾਂ ਰਾਹੀਂ ਪੜ੍ਹਦੇ ਹਾਂ ਆਪਾਂ, ਕਿੰਨੀਆਂ ਮੌਤਾਂ ਕਿੱਥੇ ਹੋ ਗਈਆਂ, ਕਿੰਨੀਆਂ ਕਿੱਥੇ ਹੋ ਗਈਆਂ, ਕਿੰਨੀਆਂ ਕਿੱਥੇ, ਆਹੀ ਕੁਛ ਪੜ੍ਹਦੇ ਹਾਂ। ਖਬਰਾਂ ਵਿੱਚ ਕੀ ਦੇਖਦੇ ਹਾਂ, ਖਬਰਾਂ ਵਿੱਚ ਆਪਾਂ ਸੁਣਦੇ ਹਾਂ ਕਿੱਥੇ ਲੜਾਈ ਹੋ ਗਈ, ਕਿੱਥੇ ਮਾਰ ਕੁਟਾਈ ਹੋ ਗਈ, ਕਿੱਥੇ। ਪੜ੍ਹਨਾ ਵੀ ਅਖਬਾਰਾਂ ਰਾਹੀਂ ਅਤੇ ਸੁਣਨਾ ਵੀ। ਉਹ ਕੁਝ ਆਪਾਂ ਪੜ੍ਹਦੇ ਹਾਂ, ਉਹ ਕੁਝ ਸੁਣਦੇ ਹਾਂ ਅਖਬਾਰਾਂ ਰਾਹੀਂ, ਜਿਹਦਾ ਸਾਧ ਸੰਗਤ ਜੀ ਲਾਭ ਨਹੀਂ ਹੁੰਦਾ, ਨੁਕਸਾਨ ਹੀ ਨੁਕਸਾਨ ਹੁੰਦਾ। ਸੋ ਇਸ ਕਰਕੇ ਜਦੋਂ ਸਾਡੀਆਂ ਨੈਗੇਟਿਵ ਵਿਚਾਰਾਂ ਹੋ ਜਾਂਦੀਆਂ ਨੇ, ਜਿਹੜਾ ਸਾਡਾ ਸੋਹਣਾ ਮਨ ਹੁੰਦਾ ਉਹ ਸਾਧ ਸੰਗਤ ਜੀ ਉਜਾੜ ਹੋ ਜਾਂਦਾ ਹੈ। ਕਿਉਂਕਿ ਜਿਹੋ ਜਿਹੀਆਂ ਆਪਾਂ ਵਿਚਾਰਾਂ ਸਰਵਣ ਕਰਦੇ ਹਾਂ ਅਖਬਾਰਾਂ ਰਾਹੀਂ ਜਾਂ ਟੈਲੀਵਿਜ਼ਨ ਦੀਆਂ ਖਬਰਾਂ ਰਾਹੀਂ, ਉਹੋ ਜਿਹਾ ਪ੍ਰਭਾਵ ਸਾਡਾ ਮਨ ਕਬੂਲ ਕਰਦਾ, ਸਰੀਰ ਕਬੂਲ ਕਰਦਾ। ਆਪਾਂ ਕੋਈ ਦੁੱਖਦਾਈ ਖਬਰ ਸੁਣਦੇ ਹਾਂ, ਉਹ ਦੁੱਖ ਦਾ ਪ੍ਰਭਾਵ ਸਾਧ ਸੰਗਤ ਜੀ ਆਪਾਂ ਕਬੂਲ ਕਰ ਲੈਣਾ ਹੁੰਦਾ। ਉਹਦਾ ਜਿਹੜਾ ਡਿਫੈਕਟ ਹੈ ਉਹ ਸਾਡੇ ਮਨ ਦੇ ਉੱਤੇ ਪੈਂਦਾ। ਮਨ ਦਾ ਸਰੀਰ ਦੇ ਨਾਲ ਸੰਬੰਧ ਹੈ, ਸਾਰੇ ਸਰੀਰ 'ਤੇ ਕਹਿ ਲਓ ਪੈਂਦਾ, ਦਿਮਾਗ 'ਤੇ ਕਹਿ ਲਓ ਪੈਂਦਾ। ਸੌਖੇ ਤਰੀਕੇ ਦੇ ਨਾਲ ਕਹਿੰਦੇ ਵੀ ਉਹਦਾ ਜਿਹੜਾ ਪ੍ਰਭਾਵ ਹੈ ਉਹ ਸਾਡੇ ਸਰੀਰ ਦੇ ਉੱਤੇ ਪੈਂਦਾ ਹੈ। ਸੋ ਇਸ ਕਰਕੇ ਗੁਰੂ ਸਾਹਿਬ ਜੀ ਨੂੰ, ਪਾਰ ਬ੍ਰਹਮ ਪਰਮੇਸ਼ਵਰ ਜੀ ਨੂੰ ਇਹ ਬੇਨਤੀ ਕੀਤੀ ਹੈ ਵੀ ਅਸੀਂ ਹੇ ਮਾਲਕ ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਕਿਉਂਕਿ ਤੁਹਾਡੀ ਯਾਦ ਨੇ ਸਾਡੇ ਅੰਦਰ ਨੇਕ ਗੁਣ ਪੈਦਾ ਕਰ ਦਿੱਤੇ, ਸਾਡਾ ਨੇਕ ਸੁਭਾਅ ਬਣ ਗਿਆ। ਜਿਹੜਾ ਮਨ ਉਜਾੜ ਲੱਗਦਾ ਸੀ, ਉਖੜਿਆ ਜਿਹਾ ਲੱਗਦਾ ਸੀ, ਰੁੱਖਾ ਜਿਹਾ ਲੱਗਦਾ ਸੀ, ਉਹ ਸੁਭਾਅ ਸਾਧ ਸੰਗਤ ਜੀ ਪਿਆਰ ਵਾਲਾ ਹੋ ਗਿਆ, ਨਿਮਰਤਾ ਵਾਲਾ ਹੋ ਗਿਆ, ਸਤਿਕਾਰ ਵਾਲਾ ਹੋ ਗਿਆ, ਮਿੱਠ ਬੋਲੜਾ ਹੋ ਗਿਆ। ਸੋ ਇਸ ਕਰਕੇ ਹੇ ਪ੍ਰਭੂ ਅਸੀਂ ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੁਸੀਂ ਉੱਜੜ ਥੇ ਵਸਾਇਓ। ਜਿਹੜਾ ਸਾਡਾ ਉਜਾੜ ਸਰੀਰ ਸੀ, ਜਿਹਦੇ ਵਿੱਚ ਔਗਣ ਹੀ ਔਗਣ ਸਨ, ਉਹ ਸਤ ਸੰਗਤ ਦੀ ਕਿਰਪਾ ਦਾ ਸਦਕਾ, ਨੇਕ ਕੁਦਰਤ ਦੀ ਕਿਰਪਾ ਦਾ ਸਦਕਾ, ਕਿਉਂਕਿ ਕੁਦਰਤ ਦੇ ਵਿੱਚੋਂ ਹੀ ਆਪਾਂ ਸਾਰਾ ਕੁਝ ਸਿੱਖਣਾ ਹੁੰਦਾ। ਬੱਚੇ ਨੇ ਕੁਦਰਤ ਦੇ ਵਿੱਚੋਂ ਹੀ ਸਾਰਾ ਕੁਝ ਸਿੱਖਣਾ, ਆਪਾਂ ਵੀ ਕੁਦਰਤ ਦੇ ਵਿੱਚੋਂ ਸਾਰਾ ਕੁਝ ਸਿੱਖਦੇ ਹਾਂ। ਸੋ ਇਸ ਕਰਕੇ ਹੇ ਮਾਲਕ ਪ੍ਰਭੂ ਆਪ ਜੀ ਦੀ ਕਿਰਪਾ ਸਦਕਾ ਸਾਡਾ ਨੇਕੀਆਂ ਦੇ ਨਾਲ ਸੰਬੰਧ ਜਦੋਂ ਰਲਿਆ, ਨੇਕੀਆਂ ਦੇ ਵਿੱਚ ਉੱਠਣਾ ਬੈਠਣਾ ਹੋਇਆ, ਸਾਡਾ ਨੇਕ ਸੁਭਾਅ ਵਾਲੇ ਪੁਰਸ਼ਾਂ ਦੇ ਨਾਲ ਮਿਲਾਪ ਹੋਇਆ, ਉਹਨਾਂ ਦੀਆਂ ਗੱਲਾਂ ਬਾਤਾਂ ਜਦੋਂ ਸਰਵਣ ਕੀਤੀਆਂ, ਉਦੋਂ ਸਾਡਾ ਸੁਭਾਅ ਵੀ ਨੇਕ ਬਣ ਗਿਆ। ਇੱਕ ਕਹਾਵਤ ਹੈ ਸਾਧ ਸੰਗਤ ਜੀ, ਕਹਿੰਦੇ 100 ਵਿਦਵਾਨ ਬੈਠਾ ਹੋਵੇ, ਇੱਕ ਮੂਰਖ ਵੀ ਜਾ ਕੇ ਵਿੱਚ ਬਹਿ ਜਾਵੇ, ਉਹਦੀ ਗਿਣਤੀ ਵਿਦਵਾਨਾਂ 'ਚ ਆ ਜਾਂਦੀ ਹੈ। ਉਹ ਵੀ ਇੱਕ ਨਾ ਇੱਕ ਦਿਨ ਵਿਦਵਾਨਾਂ ਵਾਲੀਆਂ ਗੱਲਾਂ ਕਰਨ ਲੱਗ ਜਾਂਦਾ ਹੈ। ਸੋ ਇਸ ਕਰਕੇ 100 ਮੂਰਖ ਹੋਵੇ ਅਤੇ ਇੱਕ ਵਿਦਵਾਨ ਜਾ ਕੇ ਵਿੱਚ ਰੋਜ਼ ਬੈਠਦਾ ਹੋਵੇ, ਉਹਨੂੰ ਵੀ ਰੰਗ ਲਾਗਤ ਹੈ। ਹੌਲੀ ਹੌਲੀ ਉਹ ਵੀ ਫਿਰ ਸਾਧ ਸੰਗਤ ਜੀ ਮੂਰਖਾਂ ਵਾਲੀਆਂ ਗੱਲਾਂ ਕਰਨ ਲੱਗ ਜਾਂਦਾ ਹੈ। ਸੋ ਇਸ ਕਰਕੇ ਸਰੀਰਕ ਸੰਗਤ ਦਾ, ਵਿਚਾਰਾਂ ਦੀ ਸੰਗਤ ਦਾ ਸਾਡੇ ਉੱਪਰ ਬਹੁਤ ਹੀ ਪ੍ਰਭਾਵ ਪੈਂਦਾ ਹੈ।
ਤਾਂ ਤੇ ਹੇ ਮਾਲਕ ਪ੍ਰਭੂ, ਜਦੋਂ ਅਸੀਂ ਤੁਹਾਡੀ ਯਾਦ ਵਿੱਚ ਜੁੜੇ, ਤੁਹਾਡੀ ਯਾਦ ਦੀ ਕਿਰਪਾ ਦਾ ਸਦਕਾ ਅਰਦਾਸਾਂ, ਬੇਨਤੀਆਂ, ਜੋਦੜੀਆਂ ਕਹਿ ਲਓ, ਸਾਡਾ ਨੇਕ ਪੁਰਸ਼ਾਂ ਦੇ ਨਾਲ ਮਿਲਾਪ ਹੋਇਆ। ਨੇਕ ਪੁਰਸ਼ ਇਹ ਨਹੀਂ ਹੁੰਦਾ ਸਾਧ ਸੰਗਤ ਵੀ ਜਿਹਦੇ ਗਾਤਰਾ ਕਿਰਪਾਨ ਪਾਇਆ ਉਹੀ ਨੇਕ ਪੁਰਸ਼ ਹੈ। ਜਿਹਦੇ ਨਹੀਂ ਵੀ ਪਾਇਆ ਉਹਨਾਂ ਦੇ ਸੁਭਾਅ ਵੀ ਬਹੁਤ ਸੋਹਣੇ ਹੋਣਗੇ। ਆਪ ਜੀ ਨੂੰ ਵੀ ਬਹੁਤ ਸਰੀਰ ਐਸੇ ਮਿਲੇ ਹੋਣਗੇ ਜਿਨ੍ਹਾਂ ਦੇ ਗਾਤਰਾ ਕਿਰਪਾਨ ਕਕਾਰ ਨਹੀਂ ਪਾਏ, ਪਰ ਉਹਨਾਂ ਦੇ ਸੁਭਾਅ ਜਿਹੜੇ ਕੁਦਰਤ ਪ੍ਰਤੀ ਬਹੁਤ ਪਿਆਰ ਵਾਲੇ ਅਤੇ ਨਿਮਰਤਾ ਵਾਲੇ ਹੋਣਗੇ। ਸੋ ਇਸ ਕਰਕੇ ਕੁਦਰਤ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਕਿੰਨੇ ਕੁ ਨੇਕ ਸੁਭਾਅ ਵਾਲੇ ਲੋਕ ਰਹਿੰਦੇ ਨੇ। ਭਾਵੇਂ ਉਹਨਾਂ ਦੇ ਧਾਰਮਿਕ ਬਾਣਾ, ਧਾਰਮਿਕ ਲਿਬਾਸ ਨਹੀਂ ਪਹਿਨਿਆ ਹੋਇਆ, ਤਾਂ ਵੀ ਸਾਧ ਸੰਗਤ ਜੀ ਉਹ ਜੋ ਨੇ ਨੇਕ ਸੁਭਾਅ ਵਾਲੇ। ਆਪਾਂ ਦੇਖਾਂਗੇ ਵੀ ਇਹ ਬਾਣੀ ਵੀ ਨਹੀਂ ਪੜ੍ਹਦੇ, ਇਹਨਾਂ ਨੇ ਕਕਾਰ ਵੀ ਨਹੀਂ ਪਾਏ, ਪਰ ਸੁਭਾਅ ਜਿਹੜਾ ਬੜਾ ਨੇਕ ਹੈ, ਬੜਾ ਚੰਗਾ ਸੁਭਾਅ ਲੱਗਿਆ। ਮਿਲ ਵਰਤਣ ਦਾ ਤਰੀਕਾ ਬਹੁਤ ਸੋਹਣਾ ਹੈ। ਸੋ ਇਸ ਕਰਕੇ ਕਰਤੇ ਦੀ ਕੁਦਰਤ ਹੈ ਜਿਹੜੀ ਸਾਧ ਸੰਗਤ ਜੀ, ਕੁਦਰਤ ਹੈ। ਕੁਦਰਤ ਦੇ ਵਿੱਚ ਬਹੁਤ ਕੁਝ ਨੇਕ ਸੁਭਾਅ ਪਏ ਨੇ, ਬਹੁਤ ਹੀ ਜ਼ਿਆਦਾ ਪਏ ਨੇ। ਸੋ ਇਸ ਕਰਕੇ ਜਦੋਂ ਸਾਡਾ ਨੇਕ ਪੁਰਸ਼ਾਂ ਦੇ ਨਾਲ ਮਿਲਾਪ ਹੁੰਦਾ, ਉਹਨਾਂ ਦੀਆਂ ਵਿਚਾਰਾਂ ਸਾਡੇ ਸਰੀਰ 'ਤੇ ਅਸਰ ਕਰਦੀਆਂ ਨੇ, ਸਾਡੇ ਤਨ ਮਨ 'ਤੇ ਪ੍ਰਭਾਵ ਪਾਉਂਦੀਆਂ ਨੇ। ਉਸੇ ਤਰ੍ਹਾਂ ਸਾਡਾ ਤਨ ਮਨ ਸਾਧ ਸੰਗਤ ਜੀ ਸ੍ਰੇਸ਼ਟ ਹੋ ਜਾਂਦਾ ਹੈ। ਜਦੋਂ ਬਦੀਆਂ ਵਾਲੀਆਂ ਗੱਲਾਂ ਆਪਾਂ ਸੁਣਦੇ ਹਾਂ, ਨੇਕੀਆਂ ਅਤੇ ਬਦੀਆਂ ਹੁੰਦੀਆਂ ਨੇ ਸਾਧ ਸੰਗਤ ਜੀ, ਅਤੇ ਜਦੋਂ ਆਪਾਂ ਸਾਰੀਆਂ ਗੱਲਾਂ ਬਦੀਆਂ ਵਾਲੀਆਂ ਹੀ ਸੁਣੀ ਜਾਣੀਆਂ ਨੇ, ਉਹ ਬਦੀਆਂ ਦਾ ਪ੍ਰਭਾਵ ਵੀ ਸਾਡੇ ਤਨ ਮਨ 'ਤੇ ਪੈ ਜਾਂਦਾ। ਇਸ ਕਰਕੇ ਇਹ ਗੁਰਮੁਖਾਂ ਦੀ ਨਿਸ਼ਾਨੀ ਹੈ ਸਾਧ ਸੰਗਤ ਜੀ, ਗੁਰਮੁਖਾਂ ਦੀ ਬੇਨਤੀ ਹੈ ਇਹ। ਕਿਉਂਕਿ ਗੁਰਮੁਖ ਕੋਈ ਵੀ ਹੋ ਸਕਦਾ ਹੈ, ਕਿਉਂਕਿ ਜਿਹਦੇ ਮੁੱਖ ਆਪਣਾ ਗਿਆਨਵਾਨ ਕਰ ਲਿਆ, ਗਿਆਨ ਦੇ ਦੁਆਰਾ ਹੀ ਉਹ ਜੀਵਨ ਜੀਂਦਾ ਹੈ। ਸੋ ਇਸ ਕਰਕੇ ਹੇ ਪ੍ਰਭੂ, ਮੈਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਲਗਾਤਾਰ ਤੇਰੀ ਯਾਦ ਵਿੱਚ ਹੀ ਜੀਵਨ ਬਤੀਤ ਕਰਦੇ ਹਾਂ, ਕਿਉਂਕਿ ਤੁਸੀਂ ਸਾਡਾ ਉਜੜਿਆ ਹੋਇਆ ਮਨ, ਜਿਹੜਾ ਹਰ ਸੋਗ ਦੇ ਵਿੱਚ ਰਹਿੰਦਾ ਸੀ, ਦੁਖੀ ਰਹਿੰਦਾ ਸੀ, ਉਹ ਬਹੁਤ ਸੋਹਣਾ ਜੀਵਨ ਬਣ ਗਿਆ। ਉਜੜ ਥੇਹ ਵਸਾਇਓ ਹੋਂ ਤੁਧ ਬਿਟਹੁ ਕੁਰਬਾਨ ਜੀਓ। ਸੋ ਇਸ ਕਰਕੇ ਸਾਧ ਸੰਗਤ ਜੀ ਬਹੁਤ ਜ਼ਰੂਰੀ ਹੈ ਭਲੇ ਪੁਰਸ਼ਾਂ ਦਾ ਸੰਗ, ਭਲੇ ਪੁਰਸ਼ਾਂ ਦਾ ਸੰਗ। ਭਾਵੇਂ ਆਪਾਂ ਨਾਮ ਦੀ ਗੱਲ ਨਹੀਂ ਕਰਦੇ, ਪਰ ਚੰਗਿਆਈਆਂ ਦੀਆਂ ਜਦੋਂ ਗੱਲਾਂ ਕਰਦੇ ਹਾਂ, ਨੇਕੀਆਂ ਦੀਆਂ ਜਦੋਂ ਗੱਲਾਂ ਕਰਦੇ ਹਾਂ, ਮੁਹੱਬਤ ਦੀਆਂ ਜਦੋਂ ਗੱਲਾਂ ਕਰਦੇ ਹਾਂ, ਪਿਆਰ ਦੀਆਂ ਜਦੋਂ ਗੱਲਾਂ ਕਰਦੇ ਹਾਂ ਸਾਧ ਸੰਗਤ ਜੀ, ਉਹਦਾ ਅਸਰ ਹੈ ਜਿਹੜਾ ਸਾਡਾ ਤਨ ਮਨ ਸਰੀਰ ਦੇ ਉੱਤੇ ਪੈਂਦਾ ਹੈ, ਜਿਹਦੇ ਨਾਲ ਸਾਡਾ ਸੁਭਾਅ ਬਹੁਤ ਸੋਹਣਾ, ਗੁਰਮੁਖਾਂ ਵਾਲਾ, ਨੇਕ ਪੁਰਸ਼ਾਂ ਵਾਲਾ, ਸਤਿਪੁਰਸ਼ਾਂ ਵਾਲਾ ਸਾਡਾ ਸੁਭਾਅ ਜਿਹੜਾ ਉਹ ਬਣ ਜਾਂਦਾ। ਇਹ ਤਬਦੀਲੀ ਸਾਧ ਸੰਗਤ ਜੀ ਹੌਲੀ ਹੌਲੀ ਸੰਗਤ ਦੀ, ਵਿਚਾਰਾਂ ਦੀ ਸੰਗਤ ਦੀ, ਜਦੋਂ ਆਪਾਂ ਸੰਗਤ ਕਰਦੇ ਹਾਂ, ਵਿਚਾਰਾਂ ਦੀ ਸੰਗਤ ਕਰਦੇ ਹਾਂ, ਤਿਉਂ ਸਾਡੇ ਜੀਵਨ ਦੇ ਵਿੱਚ ਬਹੁਤ ਫਰਕ ਪੈਂਦਾ ਹੈ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਨੇਕ ਪੁਰਸ਼ਾਂ ਦੀ ਸੰਗਤ ਦੇ ਵਿੱਚ ਬਜ਼ੁਰਗਾਂ ਦੀ ਸੰਗਤ ਜ਼ਰੂਰ ਮਾਣਿਆ ਕਰੋ, ਕਿਉਂਕਿ ਬਜ਼ੁਰਗਾਂ ਕੋਲ ਆਪਣੇ ਜੀਵਨ ਦੇ ਬਹੁਤ ਤਜਰਬੇ ਹੁੰਦੇ ਆ। ਸੋ ਬਜ਼ੁਰਗਾਂ ਦੀ ਸੰਗਤ ਬਹੁਤ ਹੀ ਜ਼ਰੂਰੀ ਹੁੰਦੀ ਹੈ ਸਾਧ ਸੰਗਤ। ਜਿੱਥੇ ਆਪਾਂ ਕਹਿੰਦੇ ਵੀ ਨੇਕੀਆਂ ਦੀ ਸਤਸੰਗ ਕਰਿਆ ਕਰੋ ਜੀ, ਸਤਸੰਗਤ ਕਰਿਆ ਕਰੋ, ਬਹੁਤ ਜ਼ਰੂਰੀ ਹੈ। ਅਤੇ ਨਾਲ ਹੀ ਜਿਹੜੇ ਬਜ਼ੁਰਗ ਨੇ, ਆਪਣੇ ਬਜ਼ੁਰਗ ਹੋ ਚੁੱਕੇ ਸਰੀਰ ਨੇ, ਉਹਨਾਂ ਦੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਉੱਥੋਂ ਆਪਾਂ ਨੂੰ ਬਹੁਤ ਗੱਲਾਂ ਗਿਆਨ ਦੀਆਂ, ਤਜਰਬੇ ਦੀਆਂ ਮਿਲਣੀਆਂ। ਉਹਨਾਂ ਨੇ ਆਪੋ ਆਪਣੇ ਤਜਰਬੇ ਦੱਸਣੇ ਆ ਵੀ ਤੁਸੀਂ ਆਹ ਕੰਮ ਦੇ ਵਿੱਚ ਭਾਈ ਨੁਕਸਾਨ ਹੋ ਜਾਂਦਾ, ਇਹ ਨਾ ਕਰਿਓ, ਇਹ ਕੰਮ ਦੇ ਵਿੱਚ ਫਾਇਦਾ ਹੋ ਜਾਂਦਾ, ਇਹ ਕੰਮ ਕਰ ਲਿਓ। ਸੋ ਇਸ ਕਰਕੇ ਬਜ਼ੁਰਗਾਂ ਦੀ ਸੰਗਤ, ਇੱਕ ਤਾਂ ਬਜ਼ੁਰਗਾਂ ਦੇ ਨਾਲ ਪਿਆਰ ਪੈ ਜਾਂਦਾ ਸਾਧ ਸੰਗਤ ਜੀ, ਉਹਨਾਂ ਦਾ ਵੀ ਸਮਾਂ ਜਿਹੜਾ ਉਹ ਵਧੀਆ ਗੁਜ਼ਰ ਜਾਂਦਾ। ਇੱਕ ਆਪਾਂ ਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲ ਜਾਂਦਾ। ਸੋ ਅੱਜ ਆਪਾਂ ਇਹੀ ਵਿਚਾਰ ਗ੍ਰਹਿਣ ਕਰਨੀ ਹੈ ਕਿ ਜਿੱਥੇ ਆਪਾਂ ਇੰਨਾ ਸਮਾਂ ਕੰਮ ਕਾਰ ਦੇ ਵਿੱਚ, ਹੋਰ ਆਪਣੀ ਕਿਰਤ ਕਮਾਈ ਦੇ ਵਿੱਚ ਲਾਉਂਦੇ ਹਾਂ, ਉੱਥੇ ਬਹੁਤ ਵਧੀਆ ਗੱਲ ਆ
ਵੀ ਆਪਾਂ ਕੁਝ ਸਮਾਂ ਬਜ਼ੁਰਗਾਂ ਦੇ ਨਾਲ ਬਤੀਤ ਕਰੀਏ, ਉਹਨਾਂ ਦੀਆਂ ਗੱਲਾਂ ਸੁਣੀਏ, ਉਹਨਾਂ ਦੇ ਜੀਵਨ ਦੇ ਤਜਰਬੇ ਸੁਣੀਏ ਅਤੇ ਆਪਣੀਆਂ ਗੱਲਾਂ ਉਹਨਾਂ ਨੂੰ ਸੁਣਾਈਏ, ਤਾਂ ਜੋ ਉਹਨਾਂ ਦਾ ਬਜ਼ੁਰਗਾਂ ਦਾ ਵੀ ਸਮਾਂ ਸਫਲ ਹੋ ਜਾਵੇ ਅਤੇ ਆਪਾਂ ਨੂੰ ਸਿੱਖਣ ਵਾਸਤੇ ਵੀ ਬਹੁਤ ਕੁਝ ਮਿਲ ਜਾਵੇ। ਇਸ ਕਰਕੇ ਅੱਜ ਕੱਲ੍ਹ ਦੀ ਜਿਹੜੀ ਨਵੀਂ ਜਨਰੇਸ਼ਨ ਆ, ਇਹ ਸਾਧ ਸੰਗਤ ਜੀ ਮਾਰ ਇਸ ਕਰਕੇ ਖਾਂਦੀ ਹੈ, ਇਹਨਾਂ ਕੋਲ ਤਜਰਬਾ ਘੱਟ ਹੈ। ਤਜਰਬਾ ਘੱਟ ਹੋਣ ਦੇ ਕਾਰਨ ਕਿਉਂਕਿ ਬਜ਼ੁਰਗਾਂ ਦੀ, ਸਿਆਣਿਆਂ ਦੀ, ਸਤਿਪੁਰਖਾਂ ਦੀ ਸੰਗਤ ਨਹੀਂ ਕਰਦੇ, ਮੋਬਾਈਲਾਂ ਦੀ ਸੰਗਤ ਹੀ ਕਰੀ ਜਾਂਦੇ ਨੇ। ਸੋ ਇਸ ਕਰਕੇ ਬਜ਼ੁਰਗਾਂ ਦੀ ਸੰਗਤ ਦਾ ਸਾਧ ਸੰਗਤ ਜੀ ਬਹੁਤ ਪ੍ਰਭਾਵ ਪੈਂਦਾ। ਜਿਹੜੇ ਬਜ਼ੁਰਗਾਂ ਦੀ ਸੰਗਤ ਜਿਨ੍ਹਾਂ ਨੇ ਕੀਤੀ ਹੋਊਗੀ, ਉਹਨਾਂ ਨੂੰ ਬਹੁਤ ਕੁਝ ਸਿੱਖਣ ਵਾਸਤੇ ਪ੍ਰਾਪਤ ਹੋ ਜਾਂਦਾ ਹੈ। ਸੋ ਇਸ ਕਰਕੇ ਆਪਾਂ ਪ੍ਰਣ ਕਰੋ ਵੀ ਬਜ਼ੁਰਗਾਂ ਦੀ ਸੰਗਤ ਦਾ ਵੀ ਆਪਾਂ ਜ਼ਰੂਰ ਆਨੰਦ ਮਾਣਨਾ ਹੈ। ਬਜ਼ੁਰਗਾਂ ਨੂੰ ਇਕੱਲੇ ਨਹੀਂ ਛੱਡਣਾ। ਬਜ਼ੁਰਗ ਹਾਂ ਕੰਮ ਕਾਜ 'ਤੇ ਜਾਣਾ, ਉਹ ਗੱਲ ਵੱਖਰੀ ਆ, ਪਰ ਬਜ਼ੁਰਗਾਂ ਦੀ ਸੰਗਤ ਕੁਝ ਸਮਾਂ ਆਪਾਂ ਜ਼ਰੂਰ ਕਰਨੀ ਹੈ। ਇੰਨੀ ਕੀ ਬੇਨਤੀ ਪ੍ਰਵਾਨ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।